ਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਬਲਜਿੰਦਰ ਸਿੰਘ ਨੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਹਨ, ਮੌਜੂਦਾ ਸਿੱਖ ਸੰਘਰਸ਼ ਦੇ ਬਾਰੇ ਦੇ ਵਿੱਚ ਓਵਰਆਲ ਸਿੱਖ ਸੰਘਰਸ਼ ਤੇ ਸਿੱਖ ਸੰਘਰਸ਼ ਦੇ ਆਸ਼ਿਆਂ ਦੇ ਨਾਲ ਕਿਸੇ ਦੀਆਂ ਸ਼ਾਇਦ ਦੋ ਰਾਵਾਂ ਤਾਂ ਹੋ ਸਕਦੀਆਂ ਹਨ। ਕੋਈ ਡਿਸਐਗਰੀ ਕਰ ਵੀ ਸਕਦਾ ਹੈ, ਕਿਸੇ ਦੀ ਵੱਖਰੀ ਓਪੀਨੀਅਨ ਵੀ ਹੋ ਸਕਦੀ ਹੈ, ਮੰਨਣਯੋਗ ਹੈ। ਪਰ ਜਿਸ ਬਾਰੇ ਅੱਜ ਦਾਸ ਨੂੰ ਹੁਕਮ ਹੋਇਆ ਹੈ ਵਿਚਾਰ ਕਰਨੇ ਹਨ, ਉਹ ਹੈ ਹੱਕ, ਸੱਚ ਤੇ ਨਿਆਂ ਦੀ ਗੱਲ। ਉਹ ਹੈ ਮਨੁੱਖੀ ਅਧਿਕਾਰਾਂ ਦੀ ਗੱਲ। ਵੀਰੋ ਤੇ ਭੈਣੋ, ਜਰਾ ਇਸ ਗੱਲ ਨੂੰ ਬੜੇ ਗੌਰ ਤੇ ਧਿਆਨ ਦੇ ਨਾਲ ਸੁਣਨਾ। ਮਨੁੱਖੀ ਅਧਿਕਾਰਾਂ ਦੀ ਗੱਲ। ਹਰ ਮੁਲਕ, ਹਰ ਉਸ ਇਨਸਾਨ ਨੂੰ ਆਜ਼ਾਦੀ ਦੇ ਨਾਲ ਜਿਉਣ ਦਾ ਹੱਕ ਹੈ। ਇਹਦੇ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ। ਇਸ ਬਾਰੇ ਕੋਈ ਡਿਸਐਗਰੀ ਨਹੀਂ ਕਰ ਸਕਦਾ। ਪੰਜਾਬ ਦੇ ਵਿੱਚ ਸਿੱਖਾਂ ਦੇ ਮੌਜੂਦਾ ਸੰਘਰਸ਼ ਔਰ ਉਹਨਾਂ ਦੇ ਹੱਕਾਂ ਦਾ, ਬੇਸਿਕ ਹਿਊਮਨ ਰਾਈਟਸ ਦਾ ਜੋ ਘਾਣ ਹੋ ਰਿਹਾ, ਉਸ ਬਾਰੇ ਸਾਨੂੰ ਸੋਚਣਾ ਹੈ। 47 ਤੋਂ 84 ਤੋਂ ਅਗਲੇ ਪੂਰੇ ਦਹਾਕੇ ਦੀਆਂ ਘਟਨਾਵਾਂ, ਉਹਨਾਂ ਦੇ ਨਾਲ ਸੰਬੰਧ ਹੈ ਇਸ ਵਿਸ਼ੇ ਦਾ ਜਿਸ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ। ਆਜ਼ਾਦ ਦੇਸ਼ ਵਿੱਚ ਆਜ਼ਾਦੀ ਨਾਲ ਜਿਉਣ ਦੇ ਹੱਕ ਖੋਏ ਗਏ। ਸੰਘਰਸ਼ ਤਾਂ ਸ਼ੁਰੂ ਹੋਇਆ। ਉਸ ਦੇ ਵਿੱਚ ਮਰਜ਼ੀਵੜੇ, ਕੁਛ ਮਰਜ਼ੀਵੜੇ ਸ਼ਾਮਲ ਸਨ। ਪੂਰੀ ਸਿੱਖ ਕੌਮ ਨਹੀਂ ਸੀ। ਮਾਵਾਂ ਦੇ ਦੁਲਾਰੇ, ਪਿਓਵਾਂ ਦੇ ਅੱਖੀਆਂ ਦੇ ਤਾਰੇ, ਨਿਹੱਕੇ ਆਪਣੇ ਖੇਤਾਂ ਖਲਿਆਣਾਂ ਵਿੱਚ ਮਿਹਨਤਾਂ ਮਜ਼ਦੂਰੀਆਂ ਕਰਦੇ ਵਹਿਸ਼ੀਆਨਾ ਪੁਲਿਸ ਪ੍ਰਸ਼ਾਸਨ ਵੱਲੋਂ ਹੁਕਮਾਂ ਦੇ ਨਾਲ ਚੁੱਕ ਲੈ ਗਏ। ਉਹਨਾਂ ਦਾ ਕੋਈ ਜੁਰਮ ਨਹੀਂ ਸੀ। ਉਹਨਾਂ ਦੇ ਉੱਤੇ ਕੋਈ ਪਰਚਾ ਜਾਂ ਕੇਸ ਨਹੀਂ ਸੀ। ਉਹਨਾਂ ਦਾ ਜੁਰਮ ਇੱਕੋ ਹੀ ਸੀ ਕਿ ਉਹ ਸਿੱਖ ਸਨ ਜਾਂ ਅੰਮ੍ਰਿਤਧਾਰੀ ਸਨ। ਬਸ ਇਹੀ ਇੱਕ ਪਹਿਚਾਣ ਉਹਨਾਂ ਨੂੰ ਖਤਰਾ ਦਿਖਦੀ ਸੀ ਸਟੇਟ ਦੇ ਲਈ। ਅਣਗਿਣਤ ਚੁੱਕ ਲਏ, ਪਤਾ ਨਹੀਂ ਕਿੱਥੇ ਮਾਰ ਖਪਾ ਦਿੱਤੇ। ਸਰਦਾਰ ਜਸਵੰਤ ਸਿੰਘ ਖਾਲੜਾ, ਜਿਸ ਨੇ 25,000 ਅਣਪਛਾਤੀਆਂ ਲਾਸ਼ਾਂ ਦੀ ਇਨਕੁਆਇਰੀ ਕਰਕੇ ਮਨੁੱਖੀ ਅਧਿਕਾਰਾਂ ਦੀ ਗੱਲ ਛੇੜੀ, ਕੈਨੇਡੀਅਨ ਪਾਰਲੀਮੈਂਟ ਤੱਕ ਪਹੁੰਚ ਕਰਕੇ ਉਸਨੇ ਇਹ ਮੁੱਦਾ ਚੁੱਕਿਆ। ਕੀ ਹੋਇਆ? ਧਮਕੀਆਂ ਦਿੱਤੀਆਂ, ਹੱਕ ਸੱਚ ਦੀ ਆਵਾਜ਼ ਨਹੀਂ ਚੁੱਕਣੀ, ਨਹੀਂ ਤਾਂ ਤੂੰ ਵੀ ਜਾਵੇਂਗਾ, ਤੂੰ 25,001 ਦਾ ਹਿਸਾਬ ਕਰੀ। ਫਿਰ ਇੰਝ ਹੀ ਹੋਇਆ। ਹੱਕ ਦੀ ਗੱਲ ਕਰਨ ਵਾਲਿਆਂ ਨੂੰ ਇਹ ਹੱਕ ਸੱਚ ਦਾ ਹੋਕਾ, ਇਹ ਹੱਕ ਸੱਚ ਦੀ ਗੱਲ, ਇਹ ਸਾਡੇ ਗੁਰਾਂ ਨੇ ਸਾਡੇ ਪੱਲੇ ਪਾਈ ਹੈ। ਬਾਬੇ ਨਾਨਕ ਨੇ ਸਾਡੇ ਪੱਲੇ ਪਾਈ ਹੈ। ਉਸ ਨੇ ਵੰਗਾਰ ਪਾ ਕੇ ਬਾਬਰ ਦੇ ਸਮੇਂ ਲੋਕਾਂ ਨੂੰ ਕਿਹਾ ਸੀ ਕਿ ਜਾਗੋ, ਜੇ ਨਹੀਂ ਜਾਗੋਗੇ ਤਾਂ ਜਿਉਣਾ ਹਰਾਮ ਹੈ। ਜੇ ਜਿਉਂਦੇ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਮੂੰਹ ਖਾਏ। ਤੇ ਸਮਾਂ ਅੱਜ ਵੀ ਉਹੀ ਹੈ। ਸਰਕਾਰਾਂ ਉਹੀ ਜ਼ੁਲਮ ਕਰ ਰਹੀਆਂ ਹਨ। ਉਹ ਮਾਵਾਂ ਦੇ ਪੁੱਤ ਜੋ ਮਾਰ ਖਪਾ ਦਿੱਤੇ ਤੇ ਕੁਛ ਝੂਠੇ ਕੇਸ ਪਾ ਜੇਲ੍ਹਾਂ ਵਿੱਚ ਸੁੱਟ ਦਿੱਤੇ। ਸਜ਼ਾਵਾਂ ਹੋਈਆਂ, ਸਜ਼ਾਵਾਂ ਪੂਰੀਆਂ ਹੋ ਗਈਆਂ,
पर दुनिया का कोई इहो जिहा कानून, इहो जिहा देश नहीं है कि कोर्ट वालों तुहानूं सज़ा दित्ती गई है तो वो सज़ा पूरी करके भी तुहानूं जेल दे विच डक के रखिया होवे। किहड़ी गल्लों? सिर्फ इसलिए कि सिख हन, आज़ादी का अधिकार देन। खालसा जी ਉਹ ही बंदी ਸਿੰਘਾਂ ਨੂੰ जिन्हां ने हक सच का परचम चुक्या सी, उन्हां दी रिहाई लई दहाकिਆਂ तो जो जेलों ਦੀਆਂ सलाखां ਦੇ ਪਿੱਛੇ जवानियां तो बुढ़ेपे ते बीमार पए ਹਨ, उन्हां दी रिहाई दी ही गल है जो कि एक हक्की मंग है। एक पूर्ण अधिकार है। पर उस देश दे विच इउं लगता है, इउं लगता ही नहीं, ये है हकीकत है। दोहरे मापदंड हैं, डबल मेजर्स, वन फॉर द मेजोरिटीज एंड अदर वन इज फॉर माइनॉरिटीज। बहुत उदाहरण हैं, एक दो तुहानूं दसांगा। होनहार इंजीनियरिंग का स्टूडेंट, फिर होनहार चमकदा होया इंजीनियरिंग का प्रोफैसर, उस नूं घरों भगौड़ा होण दे लई वहशियाना प्रशासन मजबूर कर दिंदा है। क्यों? सिर्फ इसे लई कि उसदे पिंड दा जां उसदे दूर दा कोई रिश्तेदार पुलिस नूं लोड़ींदा सी किसी केस विच, वो भज के बाहरले देश चला गया, उथों भी उसनूं गिरफ्तार के लै आंदा हिंदुस्तान दे विच। झूठा केस उसदे उत्ते पाया गया जिसदा उसदा केस दे नाल कोई वाह वास्ता भी नहीं सी। 3 जज्जां दे बेंच दे विचों 2 ने साफ कह दिता इसनूं बरी कीता जावे। कानून दी नज़र विच एक सबूत ते एक गवाह होना चाहिए, सिर्फ इल्जाम ही नहीं। उहदे खिलाफ ना कोई गवाह सी ना कोई सबूत सी, उस नूं फिर भी सिर्फ एक जज के कहण ते, 2 दी नहीं सुनी गई, दूसरे एक जज के कहण ते फांसी की सज़ा सुना दी गई। फांसी की सज़ा उम्र कैद में तब्दील हुई, वो भी पूरी हो गई, कोई पैरोल नहीं दी गई। भरी जवानी दे विच होनहार प्रोफैसर बुढ़ापे विच बीमारियां का शिकार हो गया। वो है प्रोफैसर दविंदरपाल सिंह भुल्लर। ते दूजे पासे 1984 दे विच हज़ारां ही सिखां दा कातल, चिट्टे दिन दे विच हज़ारां ही सिखां नूं मारन वाला, बीबियां दी बेपती करन वाला किशोरी लाल, जिस दे खिलाफ हज़ारां ही सबूत ते गवाहियां हन, जे सैकड़े ही मुजरमां दे विचों एक अद्धे नूं सज़ा हुई, उस नूं 10 फांसियां दे हुक्म दिते गए, 10 फांसियां दे, पर वो 10 दे 10 बदल के उम्र कैद। उम्र कैद तो बाद भी कुछ एक सालां दे विच ही उस नूं चंगे चाल चलन दे बेस दे उत्ते पैरोल मिल गई। What's wrong here? What's wrong with the picture? ना कोई सबूत ना कोई गवाह, फिर भी फांसी दे हुक्म। हज़ारां गवाह, हज़ारां कतल कीते, फिर भी कोई सज़ा नहीं, थोड़ी जी सज़ा तो फिर पैरोल। दोहरे मापदंड। एक जे सिंह अपने इष्ट, अपने ईमान की इज्जत के लिए, अपने महबूब लीडर की गिरफ्तारी के रोस विच जे एक कदम चुकता है तो उस नूं जलावतन कर दिता जाता है, देश निकाला। ते एक होर यूपी का पांडे भरा, जे वो हाई कोर्ट वालों दिते हुए हुक्म के खिलाफ उन्हां दे किसी लीडर नूं उही रोस दे विच उही कारज करते हैं,
ਉਹਨਾਂ ਨੂੰ ਮਿਲਦੀ ਹੈ ਮੈਂਬਰ ਆਫ ਪਾਰਲੀਮੈਂਟ ਦੀ ਕੁਰਸੀ। ਵਾਟਸ ਰੋਂਗ ਹੀਅਰ? ਇਹ ਕਾਹਦੀ ਨਿਸ਼ਾਨੀ ਹੈ? ਅੱਜ ਉਹ ਸਿੰਘ ਜਿਨ੍ਹਾਂ ਨੇ ਆਵਾਜ਼ਾਂ ਚੁੱਕੀਆਂ ਸਨ ਇਸ ਬੇਇਨਸਾਫੀਆਂ ਦੇ ਖਿਲਾਫ, ਉਹ ਜੇਲ੍ਹਾਂ ਵਿੱਚ ਬੰਦ ਬੈਠੇ ਹਨ। ਕੋਰਟ ਦੇ ਵਿੱਚ ਪੇਸ਼ੀਆਂ ਵੀ ਜੇ ਪਾਈਆਂ ਜਾਣ ਨੂੰ, ਨਾਲ ਹਜ਼ਾਰਾਂ ਤੇ ਸੈਂਕੜਿਆਂ ਦੇ ਵਿੱਚ ਪੁਲਿਸ ਹੁੰਦੀ ਹੈ, ਤੇ ਉਸ ਸਿੰਘ ਨੂੰ ਬੇੜੀਆਂ ਪਾ ਕੇ ਕੋਰਟ ਦੇ ਵਿੱਚ ਲਿਆਇਆ ਜਾਂਦਾ ਹੈ ਜਿਵੇਂ ਕਿ ਉਹਨੇ ਉੱਡ ਜਾਣਾ, ਸਿਰਫ ਦਿਖਾਉਣ ਦੇ ਲਈ। ਬੇੜੀਆਂ ਪਾਈਆਂ ਹੋਈਆਂ ਹਨ, ਤੇ ਬੇੜੀਆਂ ਕਿਹਨੂੰ ਪੈਂਦੀਆਂ ਹਨ? ਗੁਲਾਮਾਂ ਨੂੰ। ਦਿਸ ਇਜ਼ ਵਾਟਸ ਰੋਂਗ ਵਿਦ ਦ ਪਿਕਚਰ। ਸਾਨੂੰ ਜਾਗਣ ਦੀ ਲੋੜ ਹੈ ਖਾਲਸਾ ਜੀ। ਗੁਰੂ ਜੀ ਨੇ ਸਾਨੂੰ ਜਗਾਇਆ ਸੀ। ਇਹ ਸੰਘਰਸ਼ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਸ਼ਾਂਤਮਈ ਸੰਘਰਸ਼ ਹੈ। ਇਹਨਾਂ ਹੀ ਬੇਇਨਸਾਫੀਆਂ, ਇਹਨਾਂ ਹੀ ਮਨੁੱਖੀ ਅਧਿਕਾਰਾਂ ਦੇ ਘਾਣ ਦੀ, ਸਿੱਖਾਂ ਨੂੰ ਦਬਾਉਣ ਦੀ, ਉਸ ਆਵਾਜ਼ ਨੂੰ ਦਬਾਉਣ ਦੇ ਲਈ ਇਹ ਕਾਰੇ ਕੀਤੇ ਜਾ ਰਹੇ ਹਨ। ਗੁਰੂ ਸਾਹਿਬ ਨੇ ਹੁਕਮ ਦਿੱਤੇ ਸਨ ਸਾਨੂੰ ਕਿ ਸ਼ਾਂਤੀ ਦੇ ਨਾਲ ਹੱਕ ਸੱਚ ਦੀ ਲੜਾਈ ਲੜਨੀ ਹੈ। ਪਹਿਲਾਂ ਇੱਕ ਸਮੇਂ ਦੀ ਸਟੇਜ ਹੀ ਸੀ ਸਾਡੇ ਸਾਹਮਣੇ ਜਦੋਂ ਗੁਰੂ ਪਿਤਾ ਤਲਵਾਰ ਸੂਤ ਕੇ ਸਿਰਾਂ ਦੀ ਮੰਗ ਕਰਦਾ ਸੀ, ਪਰ ਉਹ ਕਿਤੇ ਗਿਆ ਨਹੀਂ। ਅਜੇ ਵੀ ਉਹ ਤਲਵਾਰ ਸੂਤੀ ਖੜਾ ਹੈ, ਸਿਰਾਂ ਦੀ ਮੰਗ ਕਰਦਾ ਹੈ ਕਿ ਉਠੋ, ਆਪਣੇ ਹੱਕ ਲਾਓ। ਪਰ ਉਹਦੇ ਦਰਸ ਦਿਦਾਰੇ ਕਿਸੇ ਨੂੰ ਨਹੀਂ ਹੁੰਦੇ, ਆਮ ਨੂੰ ਨਹੀਂ ਹੁੰਦੇ। ਮੱਥੇ ਦੇ ਵਿੱਚ ਜਦੋਂ ਠਣਕਾਰ ਪੈਂਦੀ ਹੈ ਤਾਂ ਹਿਰਦੇ ਦੇ ਵਿੱਚ ਜਦੋਂ ਤਾਈਂ ਉਹਦੀ ਕੂਕ ਨਹੀਂ ਜਾਂਦੀ, ਉਸ ਕੂਕ ਦੇ ਨਾਲ ਜਦੋਂ ਅੱਖ ਖੁੱਲ੍ਹਦੀ ਹੈ ਨਾ, ਉਹਦੇ ਦਰਸ਼ਨ ਦਿਦਾਰੇ ਫੇਰ ਹੁੰਦੇ ਹਨ। ਤੇ ਉਸੇ ਹੀ ਦਰਸ ਦਿਦਾਰੇ ਨੂੰ ਵੇਖ ਕੇ ਬਾਪੂ ਸੂਰਤ ਸਿੰਘ ਖਾਲਸਾ ਇੱਥੋਂ ਅਮਰੀਕਾ ਤੋਂ ਸਾਡੇ ਤੁਹਾਡੇ ਵਾਂਗ ਹੀ ਆਪਣੇ ਸੁੱਖ ਆਰਾਮ ਛੱਡ ਕੇ ਗੁਰੂ ਦੇ ਸਾਹਮਣੇ ਜਾ ਕੇ ਪੇਸ਼ ਹੋ ਗਿਆ ਹੈ। ਗੁਰੂ ਪਿਤਾ, ਮੇਰਾ ਸੀਸ ਹਾਜ਼ਰ ਹੈ। ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਸੀਸ ਭੇਟ ਕਰਕੇ ਭੁੱਖਾ 6 ਮਹੀਨਿਆਂ ਤੋਂ ਫੋਹਾ ਫੋਹਾ ਕਰਕੇ ਆਪਣੀ ਸ਼ਹੀਦੀ ਦੇ ਰਿਹਾ ਹੈ। ਕਾਹਦੇ ਲਈ? ਸੁੱਤੀਆਂ ਹੋਈਆਂ ਅੰਨੀਆਂ ਸਰਕਾਰਾਂ ਨੂੰ ਜਗਾਉਣ ਦੇ ਲਈ ਕਿ ਲੋਕਾਂ ਨੂੰ, ਮਨੁੱਖਾਂ ਨੂੰ ਉਹਨਾਂ ਦੇ ਅਧਿਕਾਰ ਦਿਓ। ਉਹ ਮਾਵਾਂ ਦੇ ਪੁੱਤਰ, ਉਹ ਭੈਣਾਂ ਦੇ ਭਰਾ, ਜਿਨ੍ਹਾਂ ਦੀਆਂ ਭੈਣਾਂ ਆਪਣੇ ਵੀਰਾਂ ਨੂੰ ਉਡੀਕਦੀਆਂ ਬੁੱਢੀਆਂ ਹੋ ਗਈਆਂ ਤੇ ਕਦੇ ਡੋਲੀ ਵਿੱਚ ਨਹੀਂ ਬੈਠੀਆਂ, ਉਹਨਾਂ ਨੂੰ ਘਰਾਂ 'ਚ ਭੇਜੋ। ਇਹ ਸੋਚਣ ਦੀ ਗੱਲ ਹੈ ਖਾਲਸਾ ਜੀ। ਸਾਨੂੰ ਸਭ ਨੂੰ ਆਪਣੇ ਅੰਦਰ ਟਟੋਲਣ ਦੀ ਗੱਲ ਹੈ। ਅੱਜ ਬਾਪੂ ਸੂਰਤ ਸਿੰਘ ਖਾਲਸਾ 85 ਸਾਲ ਦੀ ਉਮਰ ਤੋਂ ਦੇ ਵਿੱਚ ਸੰਘਰਸ਼ ਤੇ ਬੈਠਾ ਹੈ, ਸ਼ਾਂਤਮਈ ਸੰਘਰਸ਼ ਤੇ, ਸਾਨੂੰ ਜਗਾਉਣ ਦੇ ਲਈ। ਪਰ ਫਿਰ ਵੀ ਸ਼ਾਂਤਮਈ ਸੰਘਰਸ਼ ਨੂੰ ਦਬਾਇਆ ਜਾ ਰਿਹਾ ਹੈ ਕਿ ਉਹ ਬਜ਼ੁਰਗ ਆਪਣੇ ਪਿੰਡ, ਆਪਣੇ ਘਰ ਦੇ ਵਿੱਚ ਤੋਪਾਂ ਬੀੜੀ ਬੈਠਾ ਹੈ, ਜਿਹੜਾ ਉਸ ਦੇ ਪਿੰਡ ਨੂੰ ਫੌਜ ਨੇ ਤੇ ਪੁਲਿਸ ਨੇ ਘੇਰਾ ਪਾਇਆ ਹੋਇਆ। ਉਹ ਸਿਦਕ ਦਾ ਸਾਗਰ ਹੈ ਬੈਠਾ ਉੱਥੇ, ਸਿਰੜ ਦਾ ਸਮੁੰਦਰ। ਬੰਨ ਨਦੀਆਂ ਨਾਲਿਆਂ ਨੂੰ ਮਾਰੇ ਜਾਂਦੇ ਖਾਲਸਾ ਜੀ, ਡੈਮ ਨਦੀਆਂ ਨਾਲਿਆਂ ਤੇ ਬਣਦੇ, ਸਮੁੰਦਰਾਂ ਦੇ ਦੁਆਲੇ ਕਦੇ ਡੈਮ ਨਹੀਂ ਬਣਦੇ ਤੇ ਨਾ ਬੰਨ। ਮੂਰਖ ਮਹਾਮੂਰਖ ਹੀ ਹੋਏਗਾ ਕੋਈ ਸਰਕਾਰ ਜਿਹੜੀ ਘੇਰਾਬੰਦੀ ਜਾ ਕੇ ਸਿਦਕ ਦੇ ਸਮੁੰਦਰਾਂ ਦੀ ਕਰੇਗੀ। ਉਹ ਉਸ ਦੀ ਘੇਰਾਬੰਦੀ ਨਹੀਂ ਕਰ ਰਿਹਾ। ਉਹਨਾਂ ਨੂੰ ਪਤਾ ਹੈ ਕਿ ਇਸ ਸ਼ਾਂਤ ਸਮੁੰਦਰ ਦੇ ਥੱਲੇ ਕਿੰਨੇ ਕਿੰਨੇ ਵੱਡੇ ਤੂਫਾਨ ਬੈਠੇ ਹਨ। ਜਦੋਂ ਸਮੁੰਦਰ ਸ਼ਾਂਤ ਹੁੰਦਾ ਹੈ, ਉਹਦੇ ਥੱਲੇ ਉਹਦੀ ਕੁੱਖ ਵਿੱਚ ਬੜੇ ਵੱਡੇ ਵੱਡੇ ਤੂਫਾਨ ਲੁਕੇ ਹੁੰਦੇ ਹਨ। ਤੇ ਉਹ ਜਦੋਂ ਬਾਹਰ ਆਉਂਦੇ ਹਨ, ਮਲੀਆ ਮੇਟ ਹੁੰਦਾ ਹੈ। ਉਹ ਤੂਫਾਨ ਸਿਰਫ ਤੇ ਸਿਰਫ ਆਪਣੇ
ਗੁਰੂ ਦਾ ਹੁਕਮ ਤੇ ਗੁਰੂ ਦੇ ਥਾਪੜੇ ਦੀ ਉਡੀਕ ਵਿੱਚ ਹੈ। ਉਹ ਗੁਰੂ ਦੇ ਹੁਕਮ ਤੇ ਥਾਪੜੇ ਦੇ ਨਾਲ ਉਹਨਾਂ ਤੂਫਾਨਾਂ ਨੇ ਉਹਨਾਂ ਹਕੂਮਤਾਂ ਨੂੰ ਤੀਲਿਆਂ ਵਾਂਗ ਉਡਾ ਦਿੱਤਾ ਜਿਹੜੀਆਂ ਸਾਰੀ ਦੁਨੀਆ ਦੇ ਵਿੱਚ ਆਪਣੀ ਸ਼ਕਤੀ ਤੇ ਪਾਵਰ ਦੇ ਨਾਲ ਛਾਈਆਂ ਹੋਈਆਂ ਸੀ। ਉਸ ਗੁਰੂ ਦੇ ਥਾਪੜੇ ਦੇ ਨਾਲ ਇੰਨਾ ਹੀ ਸ਼ਾਂਤਮਈ ਸਮੁੰਦਰਾਂ ਦੇ ਥੱਲੇ ਤੂਫਾਨਾਂ ਨੇ ਗੁਰੂ ਦੇ ਮੁਖ ਤੋਂ ਨਿਕਲੇ ਹੋਏ, ਮੁਖਾਰਬਿੰਦ ਤੋਂ ਨਿਕਲੇ ਹੋਏ ਲਫ਼ਜ਼ਾਂ ਨੂੰ ਪੂਰਾ ਕੀਤਾ। ਉਹਨਾਂ ਜ਼ਾਲਮ ਸਰਕਾਰਾਂ ਨੂੰ ਜੜ੍ਹਾਂ ਵਿੱਚੋਂ ਪੁੱਟ ਕੇ ਸੁੱਟ ਦਿੱਤਾ। ਇਹ ਕੋ ਮੈਂ ਕਹਿ ਨਹੀਂ ਰਿਹਾ ਗੱਲ, ਇਹ 18ਵੀਂ ਤੇ 19ਵੀਂ ਸਦੀ ਦਾ ਸਾਡਾ ਇਤਿਹਾਸ ਹੈ ਖਾਲਸਾ ਜੀ। ਇਹ ਸਾਡਾ ਇਤਿਹਾਸ ਹੈ। ਇਸ ਨੂੰ ਸਮਝਣ ਤੇ ਇਸ ਨੂੰ ਘੋਖਣ ਦੀ ਲੋੜ ਹੈ। ਬਾਪੂ ਸੂਰਜ ਸਿੰਘ ਜੀ ਦੇ ਸੰਘਰਸ਼ ਦੇ ਨਾਲ ਅੱਜ ਕੌਮ ਨੂੰ ਆਪਣੇ ਹੱਕਾਂ ਦਾ ਇੱਕ ਹੋਰ ਹੁਲਾਰਾ ਮਿਲਿਆ ਹੈ। ਇਸ ਤਰ੍ਹਾਂ ਹੀ ਸ਼ਹੀਦੀਆਂ ਹੁੰਦੀਆਂ ਆਈਆਂ ਹਨ, ਹੁੰਦੀਆਂ ਰਹਿਣਗੀਆਂ, ਪਰ ਕਪਟੀ ਤੇ ਮਕਾਰ ਲੋਕ ਤੇ ਸਰਕਾਰਾਂ ਤੇ ਲੀਡਰ ਇਹਨਾਂ ਸ਼ਹੀਦੀਆਂ ਨੂੰ ਰੋਲਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਜਾਗੋ ਤੇ ਵੇਖੋ ਕਿ ਅੱਜ ਸਾਡੇ ਬਾਪੂ ਦੀ ਸ਼ਹੀਦੀ ਵੀ ਕਿਤੇ ਰੋਲ ਨਾ ਜਾਵੇ। ਉਹਨਾਂ ਨੂੰ ਸਮਰਪਿਤ 2 ਕੁ ਸ਼ਬਦ ਹਨ, ਉਸ ਤੋਂ ਬਾਅਦ ਮੈਂ ਖਿਮਾ ਦਾ ਜਾਚਕ ਹੋਵਾਂਗਾ। ਜਿੰਦ ਲੇਖੇ ਲਾਣੀ, ਅਰਦਾਸ ਨਿਭਾਣੀ, ਜਿੰਦ ਲੇਖੇ ਲਾਣੀ। ਹਰ ਇੱਕ ਦਾ ਕੰਮ ਨਹੀਂ, ਹਰ ਕਿਸੇ 'ਚ ਦਮ ਨਹੀਂ। ਕਦੇ ਕਦੇ ਕੋਈ ਜੰਮਦਾ, ਕਦੇ ਕਦੇ ਕੋਈ ਉੱਠਦਾ। ਚਾਹੇ ਰਣ ਤੱਤੇ ਵਿੱਚ, ਚਾਹੇ ਭੁੱਖਾਂ ਕੱਟ ਕੇ। ਪੰਥ ਕੌਮ ਲਈ ਲੜਦਾ, ਪੰਥ ਕੌਮ ਲਈ ਮਰਦਾ। ਕੋਈ ਬੰਦੇ ਵਰਗਾ, ਕੋਈ ਦੀਪ ਸਿੰਘ ਵਰਗਾ ਕਦੇ ਕਦੇ ਹੀ ਜੰਮਦਾ। ਗੱਦਾਰ ਬਥੇਰੇ, ਬਰਸਾਤੀ ਡੱਡੂ, ਹੇੜਾਂ ਦੀਆਂ ਹੇੜਾਂ ਜੰਮਦੇ ਨੇ ਰਹਿੰਦੇ, ਰੀਂਗਦੇ ਨੇ ਰਹਿੰਦੇ। ਮੌਸਮ ਨਾਲ ਜੰਮਦੇ, ਮੌਸਮ ਨਾਲ ਮਰਦੇ। ਕਿਸੇ ਕੰਮ ਨਾ ਆਉਂਦੇ, ਬਸ ਗੰਦ ਹੀ ਪਾਉਂਦੇ। ਕੀ ਗੰਗੂ, ਕੀ ਚੰਦੂ, ਕੀ ਡੋਗਰੇ ਪਹਾੜੀ, ਫਰੰਗੀ ਦੇ ਯਾਰ ਪਹਾੜਾ ਸਿੰਘੀਏ। ਕਈ ਆਏ, ਕਈ ਚਲੇ ਗਏ, ਕੁਲਾਂ ਤੀਕਰ ਕਲੰਕ ਉਹ ਖੱਟ ਗਏ। ਜਦ ਵੀ ਯਾਦ ਆਉਂਦੇ, ਲੋਕ ਲਾਹਣਤਾਂ ਹੀ ਪਾਉਂਦੇ। ਸਾਡੇ ਸਮਿਆਂ ਦੇ ਵਿੱਚ ਸਰਦਾਰ ਅਣਖੀਲੇ, ਫੇਰੂ ਮਾਨ ਸਿਰੜੀ, ਕੌਮੀ ਪਰਵਾਨੇ, ਫੌਜਾ ਸਿੰਘ ਜੇ ਸੂਰੇ, ਸਭ ਵਚਨ ਦੇ ਪੂਰੇ। ਜਰਨੈਲਾਂ ਦਾ ਉਹਦੇ ਸਿਦਕੀ ਸਾਥੀ, ਧਾੜਵੀਆਂ ਨਾਲ ਲੜ ਕੇ, ਦੰਦ ਖੱਟੇ ਕਰਕੇ, ਹੱਸ ਕੇ ਪੀ ਗਏ ਉਹ ਜਾਮ ਸ਼ਹੀਦੀ। ਸੂਰੇ ਸਨ ਸੱਚੇ, ਕੋਈ ਨਹੀਂ ਸਨ ਗੀਦੀ। ਗੱਦਾਰ ਸਮੇਂ ਦੇ ਅੱਜ ਕਾਲੀ ਅਖਵਾਉਂਦੇ, ਦਿੱਲੀ ਦੇ ਸਾਹਵੇਂ ਨਿਤ ਸੀਸ ਝੁਕਾਉਂਦੇ। ਕੋਈ ਲੌਂਗੋਵਾਲ ਦਾ, ਕੋਈ ਬਾਦਲ ਪਿੰਡ ਦਾ, ਬਾਕੀ ਸਭ ਪਿੱਠੂ ਸ਼ਰਮਾਂ ਤੋਂ ਖਾਲੀ। ਦਸ਼ਮੇਸ਼ ਦੇ ਪੁੱਤਾਂ ਦਾ ਰਹੇ ਘਾਣ ਕਰਵਾਉਂਦੇ। ਲਾਭ ਸਿੰਘ, ਬ੍ਰਹਮਾ, ਗੁਰਜੰਟ, ਜੁਗਰਾਜ, ਸੁਖਦੇਵ ਬੱਬਰ, ਉਹਦੇ ਵੀਰ ਬਥੇਰੇ। ਮਾਰੇ ਇਹਨਾਂ ਬੁੱਚਣਾ ਪਾ ਕੇ ਘੇਰੇ। 2 ਅਣਖੀ ਸੂਰੇ, ਜਿੰਦਾ ਤੇ ਸੁੱਖਾ, ਬਚਨਾਂ ਦੇ ਪੂਰੇ। ਬੇਅੰਤ ਸਤਵੰਤ ਕੇਰ ਸਿੰਘ ਵੀ ਚੜਿਆ, ਹੱਸ ਕੇ ਫਾਸੀ ਉਹਨਾਂ ਰੱਸੇ ਚੁੰਮੇ। ਉਹਨਾਂ ਲੱਡੂ ਵੰਡੇ, ਸਭ ਅਣਖੀ ਸੂਰੇ, ਬਚਨਾਂ ਦੇ ਪੂਰੇ। ਜਿੰਦ ਲੇਖੇ ਲਾ ਗਏ, ਇਤਿਹਾਸ ਰੁਸ਼ਨਾ ਗਏ। ਬੋਲੇ ਸੋ ਨਿਹਾਲ। ਬੇਅੰਤਾ ਬੁੱਚੜ, ਬਾਕੀ ਉਹਦੇ ਟੁੱਕੜ। ਸਿੰਘਾਂ ਨੇ ਸੋਧੇ, ਅੱਜ ਜੇਲੀ ਯੋਧੇ। ਇੱਕ ਬੁੱਢਾ ਬਾਪੂ ਅੱਜ ਫਿਰ ਤੁਰਿਆ ਹੈ ਉਸੇ ਰਾਹ ਉੱਤੇ। ਜਿੰਦ ਲੇਖੇ ਲਾਣੀ, ਅਰਦਾਸ ਨਿਭਾਣੀ। ਜਿੰਦ ਲੇਖੇ ਲਾਣੀ, ਅਰਦਾਸ ਨਿਭਾਣੀ। ਉਸ ਨਿਸ਼ਚਾ ਕੀਤਾ, ਦਰਦ ਕੌਮ ਦਾ ਪੀਤਾ। ਉਹਦੇ ਪਿੱਛੇ ਖੜੀਆਂ ਨੇ ਸ਼ਹੀਦਾਂ ਦੀਆਂ ਰੂਹਾਂ। ਉਹਦੇ ਪਿੱਛੇ ਖੜੀਆਂ ਨੇ ਸ਼ਹੀਦਾਂ ਦੀਆਂ ਰੂਹਾਂ। ਉਹਦੇ ਨਾਲ ਖੜੀਆਂ ਕੌਮੀ ਅਰਦਾਸਾਂ। ਉਹਦੀ ਨਿਭ ਜਾਏ ਦਾਤਾ ਸੰਗ ਕੇਸਾਂ ਸੁਆਸਾਂ। ਗਜਿੰਦਰ ਜਹੇ ਜਲਾ ਵਤਨਾਂ ਦਾ ਇੱਕੋ ਨਾਰਾ। ਆਪਣੇ ਘਰ ਬਾਝੋਂ ਨਹੀਂ ਹੋਣਾ ਗੁਜ਼ਾਰਾ। ਜੇ ਅਣਖ ਨਾਲ ਜੀਣਾ ਤਾਂ ਲੜਨਾ ਹੀ ਪੈਣਾ। ਫਾਂਸੀਆਂ ਦੇ ਉੱਤੇ ਮੁੜ ਚੜ੍ਹਨਾ ਹੀ ਪੈਣਾ। ਜੇ ਅਣਖ ਨਾਲ ਜੀਣਾ ਪਹਿਲੋਂ ਮਰਨਾ ਪੈਣਾ। ਜਿੰਦ ਲੇਖੇ ਲਾਣੀ,
ਅਰਦਾਸ ਨਿਭਾਣੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਖਾਲਸਾ ਜੀ, ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਕਰੋ।